ਸਤਿ ਸ੍ਰੀ ਅਕਾਲ ਜੀ। ਮੈਂ ਡਾਕਟਰ ਸੁਨੀਲ ਕੁਮਾਰ ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦਾ ਸਾਰਿਆਂ ਦਾ ਪੰਜਾਬੀ ਵੈਦਿਕ ਆਯੁਰਵੇਦਾ ਚੈਨਲ ਦੇ ਵਿੱਚ। ਦੋਸਤੋ, ਇਸ ਚੈਨਲ ਦੇ ਥਰੂ ਹਮੇਸ਼ਾ ਮੈਂ ਕੋਸ਼ਿਸ਼ ਕਰ ਰਿਹਾ ਕਿ ਜੋ ਵੀ ਨੁਸਖੇ ਆਪਾਂ ਘਰੇ ਬਣਾ ਸਕੀਏ ਉਹਨਾਂ ਦਾ ਪ੍ਰਚਾਰ ਇਸ ਚੈਨਲ ਦੇ ਥਰੂ ਕੀਤਾ ਜਾਵੇ। ਔਰ ਇਹੀ ਤੁਹਾਡੇ ਅੱਗੇ ਗੁਜ਼ਾਰਿਸ਼ ਕਰਦਾ ਕਿ ਇਸ ਚੈਨਲ ਨੂੰ ਜ਼ਿਆਦਾ ਤੋਂ ਜ਼ਿਆਦਾ ਸਬਸਕ੍ਰਾਈਬ ਤੇ ਲਾਈਕ ਐਂਡ ਸ਼ੇਅਰ ਕਰੋ, ਜਿਹਦੇ ਕਾਰਨ ਲੋਕਾਂ ਨੂੰ ਫਾਇਦਾ ਹੋ ਸਕੇ ਉਹ ਨੁਸਖਿਆਂ ਦਾ ਜਿਹੜੇ ਕਿ ਕਈ ਵਾਰ ਸਾਡੇ ਵੈਦਾਂ ਦੇ ਨਾਲ ਹੀ ਖਤਮ ਹੋ ਜਾਂਦੇ ਹੈਗੇ ਆ। ਤੇ ਇਹ ਆਯੁਰਵੇਦ ਦੇ ਪ੍ਰਚਾਰ ਕਰਨ ਦੇ ਵਿੱਚ ਤੁਹਾਡਾ ਵੀ ਇੱਕ ਯੋਗਦਾਨ ਪਏਗਾ। ਤਾਂ ਕੋਸ਼ਿਸ਼ ਕਰੋ ਕਿ ਜਦੋਂ ਵੀ ਕੋਈ ਇਸ ਤਰ੍ਹਾਂ ਦਾ ਨੁਸਖਾ ਤੁਹਾਨੂੰ ਦੇਖਣ ਨੂੰ ਮਿਲਦਾ ਹੈ, ਕਿਰਪਾ ਕਰਕੇ ਆਪਣੇ ਕੋਲ ਨਾ ਰੱਖੋ, ਇਸ ਨੂੰ ਸ਼ੇਅਰ ਜ਼ਰੂਰ ਕਰਦੇ ਰਹੋ। ਅੱਜ ਜੋ ਨੁਸਖੇ ਤੁਹਾਨੂੰ ਦੱਸਾਂਗਾ ਉਹ ਹੋਣਗੇ ਟਾਈਫਾਇਡ ਬੁਖਾਰ ਵਾਸਤੇ, ਤੇ ਇੱਕ ਬਹੁਤ ਹੀ ਸ਼ਾਨਦਾਰ ਚਾਹ ਬਣਾਉਣ ਦਾ ਤਰੀਕਾ ਤੁਹਾਨੂੰ ਦੱਸਾਂਗਾ, ਜਿਹਦੇ ਨਾਲ ਕਿ ਆਪਾਂ ਆਪਣੇ ਆਪ ਨੂੰ ਹੈਲਦੀ ਵੀ ਰੱਖ ਸਕਦੇ ਹਾਂ। ਔਰ ਜਿਹੜੇ ਬੰਦੇ ਸ਼ੂਗਰ ਦੇ ਮਰੀਜ਼ ਹੈਗੇ ਆ ਉਹਨਾਂ ਵਾਸਤੇ ਵੀ ਇੱਕ ਨੁਸਖਾ ਚਾਹ ਦਾ ਤੁਹਾਨੂੰ ਲਿਖਾਵਾਂਗਾ। ਇਹ ਤਿੰਨ ਚੀਜ਼ਾਂ ਅੱਜ ਮੈਂ ਤੁਹਾਨੂੰ ਇਸ ਦੇ ਵਿੱਚ ਲਿਖਾਵਾਂਗਾ। ਲੇਕਿਨ ਉਸ ਤੋਂ ਪਹਿਲਾਂ ਆਪਾਂ ਅੱਜ ਗੱਲ ਕਰਾਂਗੇ ਆਯੁਰਵੇਦ ਦੇ ਬੇਸਿਕ ਪ੍ਰਿੰਸੀਪਲ ਦੇ ਉੱਪਰ, ਜਿਹਦੇ ਨਾਲ ਕਿ ਆਪਾਂ ਸਮਝ ਸਕਾਂਗੇ ਕਿ ਸਾਨੂੰ ਜਿਹੜੀਆਂ ਬਿਮਾਰੀਆਂ ਨੇ ਉਹ ਕਿਉਂ ਹੁੰਦੀਆਂ ਨੇ। ਕਿਉਂਕਿ ਅਗਰ ਮੈਂ ਇਹ ਚੀਜ਼ਾਂ ਸਮਝ ਜਾਣਾ ਕਿ ਮੇਰੀ ਬਿਮਾਰੀ ਕਿਉਂ ਹੁੰਦੀ ਹੈ, ਸਰੀਰ ਦੇ ਵਿੱਚ ਪ੍ਰੋਬਲਮਸ ਕਿੱਥੋਂ ਆਉਂਦੀਆਂ ਨੇ, ਤਾਂ ਫਿਰ ਬਹੁਤ ਆਸਾਨੀ ਨਾਲ ਮੈਂ ਉਹਦਾ ਇਲਾਜ ਕਰ ਸਕਦਾ ਤੇ ਆਪਣੀ ਕਾਇਆ ਨੂੰ, ਆਪਣੇ ਸਰੀਰ ਨੂੰ ਨਿਰੋਗ ਰੱਖ ਸਕਦਾ। ਤਾਂ ਆਪਾਂ ਗੱਲ ਕਰਦੇ ਹਾਂ ਇਸ ਸਰੀਰ ਬਾਰੇ, ਇਹ ਕਿਸ ਤਰ੍ਹਾਂ ਬਣਿਆ ਹੈਗਾ। ਦੇਖੋ, ਇਹ ਸਾਰੀ ਜਿਹੜੀ ਪ੍ਰਿਥਵੀ ਹੈ, ਕੋਸਮੋਸ ਹੈ ਜਾਂ ਸਾਡਾ ਵਾਯੂਮੰਡਲ ਹੈ, ਇਹ ਕਿਸ ਤੋਂ ਬਣਿਆ? ਇਹ ਪੰਜ ਤੱਤਾਂ ਦਾ ਬਣਿਆ ਹੋਇਆ ਹੈ। ਜਿਹੜੇ ਪੰਜ ਤੱਤ ਹੈਗੇ ਆ, ਸਪੇਸ, ਫਾਇਰ, ਵਾਟਰ, ਅਰਥ ਐਂਡ ਏਅਰ। ਇਹ ਪੰਜ ਤੱਤ ਹੈਗੇ ਆ ਜਿਨ੍ਹਾਂ ਤੋਂ ਸਾਡਾ ਇਹ ਕੋਸਮੋਸ, ਸਾਡਾ ਇਹ ਵਾਯੂਮੰਡਲ ਬਣਿਆ, ਇਹ ਪ੍ਰਕਿਰਤੀ ਬਣੀ ਹੈ, ਔਰ ਇਹ ਪੰਜ ਤੱਤਾਂ ਤੋਂ ਹੀ ਸਾਡਾ ਸਰੀਰ ਬਣਿਆ ਹੋਇਆ ਹੈ। ਔਰ ਇਹਨਾਂ ਪੰਜ ਤੱਤਾਂ ਦੇ ਨਾਲ ਮਿਲ ਕੇ ਤਿੰਨ ਦੋਸ਼ ਬਣਦੇ ਹੈਗੇ ਜਿਨ੍ਹਾਂ ਨੂੰ ਵਾਤ, ਪਿੱਤ, ਕਫ ਕਿਹਾ ਜਾਂਦਾ ਹੈ। ਸਪੇਸ ਤੇ ਏਅਰ ਇਹ ਮਿਲ ਕੇ ਵਾਤ ਬਣਾਉਂਦੇ ਹੈ, ਫਾਇਰ ਕੱਲਾ ਪਿੱਤ ਬਣਾਉਂਦਾ ਹੈ, ਵਾਟਰ ਐਂਡ ਅਰਥ ਇਹ ਦੋਨੋਂ ਮਿਲ ਕੇ ਕਫ ਬਣਾਉਂਦੇ ਹੈ। ਇਹ ਤਿੰਨੋਂ ਦੋਸ਼ ਸਾਡੇ ਸਰੀਰ ਨੂੰ ਆਪਰੇਟ ਕਰਦੇ ਆ ਜਦ ਤੱਕ ਇਹ ਬੈਲੈਂਸ ਦੇ ਵਿੱਚ ਰਹਿੰਦੇ ਆ। ਔਰ ਇਹਨਾਂ ਦੇ ਵਿੱਚੋਂ ਜਿਹੜਾ ਪ੍ਰਧਾਨ ਦੋਸ਼ ਹੈਗਾ ਉਹ ਹੈ ਵਾਤ। ਵਾਤ ਦੋਸ਼ ਪ੍ਰਧਾਨ ਕਿਉਂ ਹੈ? ਕਿਉਂਕਿ ਵਾਤ ਦੋਸ਼ ਹੀ ਸਾਰਿਆਂ ਨੂੰ ਮੂਵਮੈਂਟ ਕਰਾਉਂਦਾ ਹੈ। ਆਯੁਰਵੇਦ ਸ਼ਲੋਕ ਆਉਂਦਾ ਹੈ, ਪਿੱਤ ਪੰਗੂ ਕਫ ਪੰਗੂ। ਪੰਗੂ ਕਹਿੰਦੇ ਲੰਗੜੇ ਨੂੰ, ਪਿੱਤ ਪੰਗੂ ਕਫ ਪੰਗੂ। ਪਿੱਤ ਵੀ ਲੰਗੜਾ, ਕਫ ਵੀ ਲੰਗੜਾ। ਪੰਗ ਉਹ ਮਲ ਧਾਤੂ ਹੈ, ਮਲ ਵਾਯੂ ਧਾਤੂ, ਇਹ ਸਭ ਲੰਗੜੇ ਹੈ। ਵਾਯੂ ਨਾ ਯਤਰ ਨਿਯੰਤੇ ਗਛੰਤੀ ਤਤਰ ਮੇਘਵਤ। ਵਾਯੂ ਜਿੱਥੇ ਲਿਜਾ ਕੇ ਇਹਨਾਂ ਨੂੰ ਇਕੱਠਾ ਕਰ ਦਿੰਦਾ ਜਾਂ ਲੈ ਜਾਂਦਾ, ਉੱਥੇ ਜਾ ਕੇ ਇਹ ਆਪਦਾ ਪ੍ਰਕੋਪ ਜਿਹੜਾ ਦਿਖਾਉਂਦੇ ਹੈਗੇ। ਤਾਂ ਵਾਯੂ ਦਾ ਜਿਹੜਾ ਟ੍ਰੀਟਮੈਂਟ ਹੈਗਾ ਉਹ ਸਭ ਤੋਂ ਜ਼ਿਆਦਾ ਜ਼ਰੂਰੀ ਹੋ ਜਾਂਦਾ ਹੈ ਕਿ ਤੁਸੀਂ ਵਾਤ ਨੂੰ ਕੰਟਰੋਲ ਦੇ ਵਿੱਚ ਰੱਖੋ, ਤਾਂ ਕਿ ਵਾਯੂ ਕੰਟਰੋਲ 'ਚ ਹੈ ਤਾਂ ਬਾਕੀ ਜਿਹੜੇ ਦੋਸ਼ ਹੈਗੇ ਉਹ ਤੁਹਾਡੇ ਕੰਟਰੋਲ ਦੇ ਵਿੱਚ ਰਹਿੰਦੇ ਹੈਗੇ। ਠੀਕ ਹੈ, ਹੁਣ ਇਹਨਾਂ ਦੋਸ਼ਾਂ ਨੂੰ ਆਪਾਂ ਦੇਖਦੇ ਕਿਸ ਤਰ੍ਹਾਂ ਹੈਗੇ? ਜੇ ਆਪਾਂ ਕਹੀਏ ਕਿ ਇਹਨਾਂ ਨੂੰ ਪਹਿਚਾਨਣਾ ਕਿੱਦਾਂ ਹੈਗਾ, ਇਹਨਾਂ ਨੂੰ ਪਹਿਚਾਨਣ ਦੇ ਲਈ ਕੋਈ ਇਹਨਾਂ ਦੀ ਫੋਟੋ ਨਹੀਂ ਬਣੀ ਹੁੰਦੀ। ਇਹਨਾਂ ਨੂੰ ਪਹਿਚਾਨਦੇ ਇਹਨਾਂ ਦੇ ਗੁਣਾਂ ਤੋਂ। ਜਿਵੇਂ ਵਾਤ ਦਾ ਗੁਣ ਰੁਕਸ਼ਤਾ ਹੈ, ਸ਼ੀਤਲਤਾ ਹੈ। ਇੱਦਾਂ ਹੀ ਪਿੱਤ ਦਾ ਗੁਣ ਜਿਹੜਾ ਹੈਗਾ ਉਹ ਗਰਮੀ ਕਰਨਾ ਹੈ। ਇੱਦਾਂ ਹੀ ਕਫ ਦਾ ਗੁਣ ਜਿਹੜਾ ਹੈਗਾ ਉਹ ਭਾਰੀਪਨ, ਸ਼ੀਤਲਤਾ, ਇਹ ਕਫ ਦਾ ਗੁਣ ਵੀ ਹੈਗਾ। ਲੇਕਿਨ ਸ਼ੀਤਲਤਾ ਵਾਤ ਦਾ ਗੁਣ ਵੀ ਹੈ, ਔਰ ਵਾਤ ਦੇ ਗੁਣ ਦੇ ਵਿੱਚ ਕੀ ਹੈ? ਰੁਕਸ਼ਤਾ ਹੈ। ਔਰ ਕਫ ਦੇ ਗੁਣ ਦੇ ਸ਼ੀਤਲਤਾ ਦੇ ਵਿੱਚ ਸਨੇਹਨ ਹੈ, ਸਨਿਗਧਤਾ ਹੈ। ਤੇ ਇਹ ਤਿੰਨੋਂ ਦੋਸ਼ ਸਾਡੇ ਸਰੀਰ ਨੂੰ ਆਪਰੇਟ ਕਰਦੇ ਆ ਜਦ ਤੱਕ ਇਹ ਬੈਲੈਂਸ ਦੇ ਵਿੱਚ ਰਹਿੰਦੇ ਆ। ਜਦੋਂ ਇਹਨਾਂ ਦੇ ਵਿੱਚ ਕੁਝ ਇੰਬੈਲੈਂਸ ਹੁੰਦਾ ਹੈ, ਤਾਂ ਫਿਰ ਸਾਡੇ ਸਰੀਰ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਬਿਮਾਰੀਆਂ ਜਿਹੜੀਆਂ ਉਹ ਪੈਦਾ ਹੁੰਦੀਆਂ। ਹੁਣ ਇਹ ਇੰਬੈਲੈਂਸ ਹੁੰਦਾ ਕਿਉਂ ਹੈ? ਇੰਬੈਲੈਂਸ ਮੇਨਲੀ ਹੁੰਦਾ ਸਾਡੇ ਖਾਣ ਪੀਣ ਕਰਕੇ, ਆਹਾਰ ਵਿਹਾਰ। ਇਸ ਲਈ ਕਿਹਾ ਜਾਂਦਾ ਹੈ ਕਿ 80% ਜਿਹੜੀਆਂ ਬਿਮਾਰੀਆਂ ਨੇ ਉਹ ਆਹਾਰ ਵਿਹਾਰ ਜਨਿਆ ਵਿਆਧੀਆਂ ਬੋਲਿਆ ਜਾਂਦਾ ਹੈ। ਕਿ ਆਹਾਰ ਵਿਹਾਰ ਕਰਕੇ, ਆਹਾਰ ਮਤਲਬ ਖਾਣਾ, ਵਿਹਾਰ ਕਿਸ ਤਰ੍ਹਾਂ ਬਣਾਇਆ ਗਿਆ, ਕਿਸ ਤਰ੍ਹਾਂ ਖਾਧਾ ਗਿਆ। ਹੁਣ ਕਈ ਵਾਰ ਅਸੀਂ ਕੀ ਕਰਦੇ ਹਾਂ, ਅਸੀਂ ਕਹਿੰਦੇ ਜੀ ਖਾਣਾ ਅਸੀਂ ਹੈਲਦੀ ਖਾ ਰਹੇ ਹਾਂ, ਲੇਕਿਨ ਹੋ ਸਕਦਾ ਅਸੀਂ ਬਣਾਉਣ ਦਾ ਤਰੀਕਾ ਗਲਤ ਹੋਵੇ ਜਾਂ ਖਾਣ ਦਾ ਟਾਈਮ ਗਲਤ ਹੋਵੇ, ਪੋਸੀਬਲ ਹੈ। ਜਾਂ ਫਿਰ ਕਈ ਵਾਰ ਕੀ ਹੁੰਦਾ ਹੈ, ਸੰਯੋਗ ਵਿਰੋਧ ਹੋ ਜਾਂਦਾ ਹੈ। ਲਾਈਕ ਅੱਜ ਕੱਲ੍ਹ ਮੂਲੀ ਜਿਵੇਂ ਬਹੁਤ ਆਉਂਦੀ ਸਰਦੀਆਂ ਦੇ ਵਿੱਚ, ਤਾਂ ਅਸੀਂ ਮੂਲੀ ਦੇ ਪਰਾਂਠੇ ਜਿਵੇਂ ਮੰਨ ਲਓ ਬਣਾਏ ਹੈਗੇ, ਤੇ ਮੂਲੀ ਦੇ ਪਰਾਂਠੇ ਦੇ ਨਾਲ ਦਹੀਂ ਖਾਣਾ, ਦੁੱਧ ਪੀਣਾ, ਇਹ ਸਭ ਕੀ ਹੈ? ਨਿਸ਼ੇਧ ਹੈ, ਇਹ ਗਲਤ ਹੈ। ਅਦਰਵਾਈਜ਼ ਮੂਲੀ ਦਾ ਪਾਣੀ ਜਿਹੜਾ ਸਾਡੇ ਲੀਵਰ ਵਾਸਤੇ ਵਰਦਾਨ ਹੈ, ਵਧੀਆ ਹੈ। ਲੇਕਿਨ ਅਗਰ ਅਸੀਂ ਮੂਲੀ ਦੀ ਸਬਜ਼ੀ ਜਾਂ ਮੂਲੀ ਦੁੱਧ ਦੇ ਨਾਲ ਖਾ ਰਹੇ ਹੈਗੇ ਆ, ਤਾਂ ਫਿਰ ਉਹ ਸਾਡੇ ਵਾਸਤੇ ਬਿਮਾਰੀ ਪੈਦਾ ਕਰਨ ਦਾ ਕਾਰਨ ਹੈ। ਹੁਣ ਦੇਖੋ, ਦੁੱਧ ਵੀ ਸਾਡੇ ਵਾਸਤੇ ਵਧੀਆ ਹੈ, ਮੂਲੀ ਵੀ ਵਧੀਆ, ਲੇਕਿਨ ਦੋਨਾਂ ਦਾ ਸੰਯੋਗ ਜਿਹੜਾ ਹੈਗਾ ਉਹ ਸਾਡੇ ਵਾਸਤੇ ਖਰਾਬ ਹੈ। ਤਾਂ ਇਹ ਹੈਗਾ ਵਿਹਾਰ
कि तुसी खाना की खाधा ते किस तरीके नाल खाधा, ये बीमारियां पैदा करते हैं। दुੱਧ ਨਾਲ मूंगफली खाना, देखो सर्दियों ਦੇ ਵਿੱਚ मूंगफली बहुत ਹੁੰਦੀ ਹੈਗੀ ਹੈ ਔਰ ਦੁੱਧ ਦੀ ਵੀ ਸੇਵਨ ਸ਼ਾਮ ਨੂੰ ਰੋਜ਼ ਕਰਦੇ ਹੈਗੇ, ਲੇਕਿਨ ਇਹ ਧਿਆਨ ਰੱਖਣਾ ਹੁੰਦਾ ਕਿ मूंगफली ਦੇ ਨਾਲ ਦੁੱਧ ਨਹੀਂ ਲੈਣਾ। ਤਾਂ ਫਿਰ ਸਾਨੂੰ ਜਿਹੜੀਆਂ ਨਾ, ਕਿਉਂ ਇਹਦੇ ਨਾਲ ਕੀ ਹੁੰਦਾ, ਆਹਾਰ ਵਿਹਾਰ ਜੰਨੀਆਂ ਦੇ ਵਿੱਚ ਜਿਹੜੀਆਂ ਅਸੀਂ ਵਿਰੁੱਧ ਆਹਾਰ ਵਾਲਾ ਖਾਣਾ ਖਾਂਦੇ ਆ, ਇਹਦੇ ਨਾਲ ਕੀ ਹੁੰਦਾ ਕਿ ਸਾਡਾ ਆਟੋ ਇਮਿਊਨ ਡਿਜ਼ੀਜ਼ ਪੈਦਾ ਹੁੰਦੇ ਆ। ਆਟੋ ਇਮਿਊਨ ਡਿਜ਼ੀਜ਼ ਐਲੋਪੈਥੀ ਕਹਿੰਦੀ ਹੈ ਜੀ ਇਹਨਾਂ ਦਾ ਕੋਈ ਬਿਮਾਰੀ ਦਾ ਕੋਈ ਹੱਲ ਨਹੀਂ ਹੈ, ਕਿਉਂਕਿ ਉਹ ਡਾਈਟ ਦੇ ਉੱਪਰ ਧਿਆਨ ਹੀ ਨਹੀਂ ਦਿੰਦੇ। ਤੇ ਜਦ ਤੱਕ ਤੁਸੀਂ ਡਾਈਟ ਚੇਂਜ ਨਹੀਂ ਕਰੋਗੇ ਤਦ ਤੱਕ ਆਟੋ ਇਮਿਊਨ ਡਿਜ਼ੀਜ਼ ਦਾ ਇਲਾਜ ਨਹੀਂ ਹੋ ਪਾਏਗਾ। ਤਾਂ ਪਹਿਲੀਆਂ ਬਿਮਾਰੀਆਂ 80% ਬਿਮਾਰੀਆਂ ਕਿਹਦੇ ਕਰਕੇ ਹੋਈਆਂ, ਵਾਤ ਪਿੱਤ ਕਫ ਕਰਕੇ, ਜਿਹਨੂੰ ਆਹਾਰ ਵਿਹਾਰ ਜਨਯ ਵਿਆਧੀਆਂ ਕਿਹਾ ਗਿਆ। ਤਾਂ ਆਹਾਰ ਖਾਣ ਦਾ ਟਾਈਮ, ਵਿਹਾਰ ਬਣਾਉਣ ਦਾ ਤਰੀਕਾ, ਇਹਨਾਂ ਚੀਜ਼ਾਂ ਦਾ ਸਭ ਤੋਂ ਇੰਪੋਰਟੈਂਟ ਰੋਲ ਪਲੇ ਹੁੰਦਾ ਜਦੋਂ ਅਸੀਂ ਖਾਣਾ ਖਾਂਦੇ ਹਾਂ ਤੇ ਕਿਸ ਤਰ੍ਹਾਂ ਖਾਂਦੇ ਹਾਂ। ਹੁਣ ਕਈ ਵਾਰ ਹੋਰ ਦੇਖਣ ਨੂੰ ਮਿਲਦਾ ਹੈ ਕਿ ਅਸੀਂ ਖਾਣੇ ਨੂੰ ਠੀਕ ਹੈ ਵਧੀਆ ਬਣਾਇਆ, ਅੱਛਾ ਖਾਣਾ, ਸਭ ਕੋਈ ਵਿਰੁੱਧ ਆਹਾਰ ਨਹੀਂ ਅਸੀਂ ਬਣਾਇਆ, ਲੇਕਿਨ ਖਾਣ ਦਾ ਤਰੀਕਾ ਗਲਤ ਹੈ। ਖਾਣ ਦਾ ਤਰੀਕਾ ਕਿਵੇਂ ਗਲਤ ਹੁੰਦਾ ਹੈ? ਖਾਣ ਦੇ ਤਰੀਕੇ 'ਚ ਕੀ ਹੁੰਦਾ ਹੈ ਕਿ ਸਾਡੇ ਖਾਣੇ ਦੇ ਵਿੱਚ 6 ਰਸ ਹੁੰਦੇ ਆ, ਮਧੁਰ, ਅਮਲ, ਲਵਣ, ਕਟੂ, ਤਿਕਤ, ਕਸ਼ਾਏ, ਇਹ 6 ਰਸ। ਹੁਣ 6 ਰਸਾਂ ਦੇ ਵਿੱਚ ਸਭ ਤੋਂ ਪਹਿਲਾ ਰਸ ਕੀ ਹੈ? ਮਧੁਰ ਰਸ। ਤੇ ਮਧੁਰ ਰਸ ਦਾ ਹੀ ਸੇਵਨ ਜਿਹੜਾ ਹੈਗਾ ਸਭ ਤੋਂ ਪਹਿਲਾਂ ਕਰਨਾ ਚਾਹੀਦਾ ਖਾਣੇ ਦੇ ਵਿੱਚ। ਅਗਰ ਸਾਡੇ ਖਾਣੇ ਦੇ ਵਿੱਚ ਮਿੱਠਾ ਅਵੇਲੇਬਲ ਹੈ, ਮਿੱਠਾ ਉਸ ਖਾਣੇ ਦਾ ਹਿੱਸਾ ਹੈ, ਤਾਂ ਸਭ ਤੋਂ ਪਹਿਲਾਂ ਮਿੱਠੇ ਨੂੰ ਖਾਣਾ ਚਾਹੀਦਾ। ਉਸ ਤੋਂ ਬਾਅਦ ਅਮਲ, ਲਵਣ ਜਿਹੜੇ ਦਰਬੇ ਹੈਗੇ ਉਹ ਖਾਣੇ ਚਾਹੀਦੇ ਆ। ਲਾਸਟ ਦੇ ਵਿੱਚ ਕਸ਼ਾਏ ਰਸ ਖਾਣਾ ਚਾਹੀਦਾ, ਜਿਵੇਂ ਪਾਪੜ ਹੋ ਗਿਆ ਜਾਂ ਗੁੜ ਵੀ ਕਸ਼ਾਏ ਰਸ ਹੁੰਦਾ ਹੈਗਾ। ਇਹਦਾ ਬੈਨੀਫਿਟ ਇਹੀ ਹੈਗਾ ਕਿ ਗੁੜ ਖਾਣ ਨਾਲ ਮਿੱਠਾ ਵੀ ਹੋ ਗਿਆ ਤੇ ਨਾਲ ਕਸ਼ਾਏ ਰਸ ਵੀ ਹੈਗਾ, ਤੇ ਇਸ ਲਈ ਉਹ ਡਾਈਜੈਸ਼ਨ ਦੇ ਵਿੱਚ ਹੈਲਪ ਕਰਦਾ ਹੈ। ਤਾਂ ਹੁਣ ਜ਼ਰੂਰੀ ਕੀ ਹੋਇਆ ਕਿ ਅਸੀਂ ਖਾਣਾ ਕਿਸ ਰਸ ਤੋਂ ਸ਼ੁਰੂ ਕੀਤਾ, ਕਿਸ ਰਸ ਤੇ ਖਤਮ ਕੀਤਾ। ਤੁਸੀਂ ਧਿਆਨ ਦਿਓ ਅੱਜ ਦੇ ਸਮਾਜ ਦੇ ਵਿੱਚ ਅਸੀਂ ਕਿੱਦਾਂ ਰਸ ਸ਼ੁਰੂ ਕਰਦੇ ਹਾਂ। ਨਾਰਮਲੀ ਅਸੀਂ ਪਾਪੜ ਪਹਿਲਾਂ ਖਾਂਦੇ ਹਾਂ, ਜੋ ਕਿ ਸਭ ਤੋਂ ਲਾਸਟ ਦੇ ਵਿੱਚ ਖਾਣਾ ਸੀ। ਪਾਪੜ ਕਸ਼ਾਏ ਰਸ ਹੁੰਦਾ ਹੈਗਾ ਔਰ ਅਸੀਂ ਸ਼ੁਰੂ 'ਚ ਖਾ ਰਹੇ ਹਾਂ, ਔਰ ਮਿੱਠਾ ਜੋ ਕਿ ਅਸੀਂ ਸ਼ੁਰੂ 'ਚ ਖਾਣਾ ਸੀ ਉਹ ਲਾਸਟ 'ਚ ਖਾਂਦੇ। ਇਹ ਸਭ ਤੋਂ ਵੱਡੀ ਬਿਮਾਰੀ ਦਾ ਕਾਰਨ ਹੈ, ਇੰਡਾਈਜੈਸ਼ਨ ਦਾ ਕਾਰਨ ਹੈ। ਹੁਣ ਇਹਨੂੰ ਸਾਇੰਟੀਫਿਕ ਵੇ ਨਾਲ ਸਮਝਦੇ ਆ ਕਿ ਐਸਾ ਕਿਉਂ ਕਿਹਾ ਸਾਡੇ ਰਿਸ਼ੀ ਮੁਨੀਆਂ ਨੇ, ਸਾਡੇ ਬਜ਼ੁਰਗਾਂ ਨੇ ਇੱਦਾਂ ਕਿਉਂ ਕਿਹਾ ਕਿ ਮਿੱਠਾ ਜਿਹੜਾ ਹੈ ਉਹ ਪਹਿਲਾਂ ਖਾਣਾ ਹੈ। ਕਿਉਂ ਕਿਹਾ? ਕਾਰਨ ਸੀ ਉਹਦਾ, ਇਹ ਕਾਰਨ ਸੀ ਕਿ ਦੇਖੋ ਸਾਡੇ ਸਰੀਰ ਦੇ ਵਿੱਚ 3 ਚੀਜ਼ਾਂ ਡਾਈਜੈਸਟ ਹੋਣੀਆਂ। ਮਿੱਠਾ ਜਿਹਨੂੰ ਕਾਰਬੋਹਾਈਡਰੇਟਸ ਕਹਿੰਦੇ, ਪ੍ਰੋਟੀਨ ਜਾਂ ਫੈਟ, ਇਹ 3 ਚੀਜ਼ਾਂ। ਹੁਣ ਪ੍ਰੋਟੀਨ ਤੇ ਫੈਟ ਸਾਡੇ ਲਿਵਰ ਦੇ ਵਿੱਚ ਡਾਈਜੈਸਟ ਹੋਣੇ, ਜਿੱਥੇ ਉਹਨਾਂ ਨੂੰ ਅਮੀਨੋ ਐਸਿਡਸ ਮਿਲਦੇ। ਕਾਰਬੋਹਾਈਡਰੇਟਸ ਕਿੱਥੇ ਹਜ਼ਮ ਹੋਣੇ? 40% ਕਾਰਬੋਹਾਈਡਰੇਟ ਸਾਡੇ ਬਕਲ ਕੈਵਿਟੀ, ਸਾਡੇ ਮੂੰਹ ਦੇ ਵਿੱਚ ਹਜ਼ਮ ਹੋਣੇ, ਜਿੰਨਾ ਅਸੀਂ ਚਬਾ ਕੇ ਖਾਂਦੇ ਹਾਂ। ਔਰ ਉਸ ਤੋਂ ਬਾਅਦ ਉਹਨਾਂ ਨੇ ਸਿੱਧਾ ਡਿਊਡੇਨਮ 'ਚ ਪਹੁੰਚਣਾ ਹੁੰਦਾ ਹੈ, ਕਿਉਂਕਿ ਡਿਊਡੇਨਮ 'ਚ ਤੋਂ ਉਹਨਾਂ ਨੂੰ ਪੈਂਕਰੀਆਸ ਤੋਂ ਇਨਸੂਲਿਨ ਮਿਲੇਗੀ ਔਰ ਇਨਸੂਲਿਨ ਦੇ ਨਾਲ ਰਿਐਕਸ਼ਨ ਕਰਕੇ ਹੀ ਉਹ ਮਿੱਠਾ ਸਾਡੀ ਬੋਡੀ ਵਾਸਤੇ ਡਾਈਜੈਸਟੇਬਲ ਹੁੰਦਾ ਔਰ ਸਾਡੀ ਬੋਡੀ ਵਾਸਤੇ ਨਿਊਟ੍ਰੀਸ਼ਨਲ ਹੁੰਦਾ ਹੈਗਾ। ਲੇਕਿਨ ਅਗਰ ਅਸੀਂ ਮਿੱਠਾ ਬਾਅਦ 'ਚ ਖਾ ਰਹੇ ਹਾਂ ਤਾਂ ਅੱਗੇ ਕੀ ਹੈ, ਫੈਟ ਤੇ ਪ੍ਰੋਟੀਨ ਸਟਮਕ ਦੇ ਵਿੱਚ ਹੈਗੇ, ਡਾਈਜੈਸਟ ਹੋ ਰਹੇ ਤਾਂ ਅੱਗੇ ਜਾਣ ਦਾ ਰਸਤਾ ਬੰਦ ਹੋਏਗਾ। ਤੇ ਇਸ ਲਈ ਕੀ ਹੋਏਗਾ, ਮਿੱਠਾ ਖਾ ਤਾਂ ਲਿਆ ਸਵਾਦ ਕਾਰਨ, ਲੇਕਿਨ ਇਨਡਾਈਜੈਸ਼ਨ ਪੈਦਾ ਕਰੇਗਾ ਔਰ ਉਹੀ ਇਨਡਾਈਜੈਸ਼ਨ ਸਾਡੇ ਵਾਸਤੇ ਬਿਮਾਰੀਆਂ ਦਾ ਕਾਰਨ ਬਣੇਗੀ। ਤਾਂ ਇਸ ਲਈ ਇਹ ਬਹੁਤ ਇੰਪੋਰਟੈਂਟ ਫੈਕਟਰ ਹੈਗਾ। ਤੁਸੀਂ ਕਦੇ ਵੀ ਦੇਖੋ ਪੁਰਾਣੇ ਟਾਈਮ ਦੇ ਵਿੱਚ ਅਗਰ ਵਿਆਹ ਸ਼ਾਦੀ ਦੇ ਵਿੱਚ ਜਾਂ ਕਈ ਵਾਰ ਅਸੀਂ ਬ੍ਰਾਹਮਣਾਂ ਨੂੰ ਖਾਣਾ ਖਿਲਾਉਂਦੇ ਹਾਂ ਬੁਲਾ ਕੇ, ਤਾਂ ਹਮੇਸ਼ਾ ਖੀਰ ਕੜਾਹ ਪਹਿਲਾਂ ਦਿੱਤਾ ਜਾਂਦਾ ਕਿ ਉਹ ਮਿੱਠਾ ਹੁੰਦਾ ਹੈ, ਰਾਈਟ ਜੀ। ਤਾਂ ਇਹ ਪਹਿਲਾ ਪ੍ਰਿੰਸੀਪਲ ਸੁਣ ਲਓ ਕਿ ਜਦੋਂ ਅਸੀਂ ਖਾਣਾ ਖਾਣਾ ਹੈ ਤਾਂ ਆਪਣੇ ਰਸਾਂ ਦਾ ਧਿਆਨ ਰੱਖ ਕੇ ਕਿ ਮਧੁਰ ਰਸ ਤੋਂ ਸਟਾਰਟ ਕਰਕੇ ਕਸ਼ਾਏ ਰਸ ਤੇ ਤੁਸੀਂ ਖਾਣਾ ਖਤਮ ਕਰਨਾ ਹੈ। ਔਰ ਆਯੁਰਵੇਦ ਹਮੇਸ਼ਾ ਇੱਕ ਰਸ ਖਾਣ ਦੀ ਜਿਹੜੀ ਸੰਭਾਵਨਾ ਨੂੰ ਜਾਂ ਜਿਸ ਗੱਲ ਤੇ ਜ਼ੋਰ ਦਿੰਦਾ ਕਿ ਇੱਕ ਰਸ ਦਾ ਸੇਵਨ ਜਿਹੜਾ ਹੈਗਾ ਉਹ ਸਾਡੇ ਵਾਸਤੇ ਜ਼ਿਆਦਾ ਵਧੀਆ ਹੁੰਦਾ ਹੈ। ਲੇਕਿਨ ਅੱਜ ਕੱਲ੍ਹ ਅਸੀਂ ਦੇਖਦੇ ਹਾਂ ਕਿ ਬੂਫੇ ਲੱਗੇ ਹੁੰਦੇ ਨੇ ਵਿਆਹ ਸ਼ਾਦੀਆਂ ਦੇ ਵਿੱਚ, ਹਰ ਤਰ੍ਹਾਂ ਦਾ ਚਾਈਨੀਜ਼ ਵੀ ਹੈ, ਕੰਟੀਨੈਂਟਲ ਵੀ ਹੈ, ਪਲੱਸ ਪੰਜਾਬੀ ਫੂਡ ਵੀ ਹੁੰਦਾ, ਤਾਂ ਅਸੀਂ ਹਰ ਤਰ੍ਹਾਂ ਦਾ ਖਾਣਾ ਜਿਹੜਾ ਹੈਗਾ ਉਹ ਟਰਾਈ ਕਰਦੇ ਹੈਗੇ ਥੋੜ੍ਹਾ ਥੋੜ੍ਹਾ, ਤੇ ਉਹ ਫਿਰ ਸਾਡੇ ਵਾਸਤੇ ਅਗੇਨ ਬਿਮਾਰੀਆਂ ਦਾ ਇੱਕ ਵੱਡਾ ਕਾਰਨ ਬਣ ਜਾਂਦਾ। ਚਲਿਏ, ਤਾਂ ਪਹਿਲੀਆਂ ਬਿਮਾਰੀਆਂ ਆਹਾਰ ਵਿਹਾਰ ਜਨਯ ਵਿਆਧੀਆਂ, ਵਾਤ ਪਿੱਤ ਕਫ। ਤੇ ਇਹਦੇ ਨਾਲ ਹੁੰਦਾ ਕੀ ਹੈ, ਹੁਣ ਆਪਾਂ ਥੋੜਾ ਐਲੋਪੈਥਿਕ ਪਕਸ਼ ਨੂੰ ਵੀ ਆਪਾਂ ਮੱਦੇ ਨਜ਼ਰ ਰੱਖ ਲੈਂਦੇ ਹਾਂ। ਹੁੰਦਾ ਕੀ ਹੈ ਕਿ ਜੋ ਖਾਣਾ ਸਾਡੇ ਹਜ਼ਮ ਨਹੀਂ ਹੋਇਆ, ਜੋ ਵੀ ਖਾਣੇ 3 ਚੀਜ਼ਾਂ ਹਜ਼ਮ ਹੋਣੀਆਂ ਸੀ, ਫੈਟ, ਪ੍ਰੋਟੀਨ ਤੇ ਕਾਰਬੋਹਾਈਡਰੇਟਸ। ਹੁਣ ਅਗਰ ਫੈਟ ਡਾਈਜੈਸਟ ਨਹੀਂ ਹੁੰਦਾ ਤਾਂ ਕੀ ਬਣੇਗਾ? ਕੋਲੈਸਟਰੋਲ ਬਣੇਗਾ। ਹੁਣ ਕਿੱਦਾਂ ਦਾ ਫੈਟ ਸੀਗਾ? ਇਹ ਦੇਖਿਆ ਜਾਏਗਾ ਕਿ ਸੈਚੂਰੇਟਿਡ ਸੀਗਾ, ਅਨਸੈਚੂਰੇਟਿਡ ਸੀਗਾ, ਹਾਈਲੀ ਸੈਚੂਰੇਟਿਡ ਫੈਟ ਸੀਗਾ। ਤਾਂ ਕਿੱਦਾਂ ਦਾ ਫੈਟ ਸੀਗਾ? ਤਾਂ ਉਹਦੇ ਨਾਲ ਹੀ ਉਹਦੇ ਕੋਲੈਸਟਰੋਲ ਬਣेंगे, ट्राइग्लिसराइड्स ਬਣेंगे, LDL ਬਣेगा, ਰਾਈਟ। ਤਾਂ ਇਹ ਕੀ ਹੈਗਾ? ਫੈਟ ਅਨਡਾਈਜੈਸਟਡ ਹੈਗਾ ਤਾਂ ਕੋਲੈਸਟਰੋਲ ਬੋਡੀ 'ਚ ਬਣਨਗੇ ਔਰ ਬੋਡੀ ਨੂੰ ਪ੍ਰੋਬਲਮਸ ਕ੍ਰੀਏਟ ਕਰਨਗੇ। ਦੂਜੇ ਨੰਬਰ ਤੇ ਪ੍ਰੋਟੀਨ, ਅਗਰ ਪ੍ਰੋਟੀਨ ਹਜ਼ਮ ਨਹੀਂ ਹੋਇਆ
ਫਿਰ ਕੀ ਬਣੇਗਾ, ਯੂਰਿਕ ਐਸਿਡ ਬਣੇਗਾ। ਹੁਣ ਯੂਰਿਕ ਐਸਿਡ ਜਿੱਥੇ ਇਕੱਠਾ ਹੋਏਗਾ, ਜੁਆਇੰਟਸ ਦੇ ਵਿੱਚ ਇਕੱਠਾ ਹੋ ਗਿਆ ਤਾਂ ਗਠੀਏ ਦੀ ਪ੍ਰੋਬਲਮ ਕਰੇਗਾ, ਗਾਊਟ ਕਹਿੰਦੇ ਆ ਜਿਹਨੂੰ। ਜੇਕਰ ਕਿਤੇ ਕਿਡਨੀ ਜਾ ਇਕੱਠਾ ਹੋ ਗਿਆ ਤਾਂ ਯੂਰੇਟਸ ਦੀ ਪੱਥਰੀ ਬਣ ਜਾਏਗੀ। ਤਾਂ ਇਸ ਤਰੀਕੇ ਨਾਲ ਅੱਡੀਆਂ 'ਚ ਇਕੱਠਾ ਹੋਇਆ ਤਾਂ ਅੱਡੀਆਂ 'ਚ ਪੇਨ ਕਰਨਾ ਸ਼ੁਰੂ ਕਰ ਦੇਗਾ। ਤਾਂ ਕੀ ਹੈਗਾ, ਯੂਰਿਕ ਐਸਿਡ ਕਿੱਥੋਂ ਬਣਿਆ, ਅਨਡਾਈਜੈਸਟਿਡ ਪ੍ਰੋਟੀਨ ਤੋਂ। ਅਗਰ ਕਾਰਬੋਹਾਈਡਰੇਟਸ, ਸ਼ੂਗਰ ਹਜ਼ਮ ਨਹੀਂ ਹੋਈ ਤਾਂ ਜਿਹੜੀ ਸ਼ੂਗਰ ਦੇ ਫ੍ਰੀ ਰੈਡੀਕਲਸ ਹੈਗੇ ਆ ਉਹ ਕੀ ਦਿਖਾਣਗੇ ਕਿ ਸਾਨੂੰ ਡਾਇਬੀਟੀਜ਼ ਹੈ। ਉਹ ਸਾਡੇ ਬਲੱਡ ਦੇ ਜਿਹੜੇ ਆਰਬੀਸੀ ਹੈਗੇ ਆ ਉਹਨਾਂ ਦੇ ਉੱਪਰ ਇਸ ਤਰ੍ਹਾਂ ਦੀ ਕੋਟਿੰਗ ਕਰ ਦੇਣਗੇ ਜਿਵੇਂ ਗੁਲਾਬ ਜਾਮੁਨ ਜਾਂ ਆਮਲੇ ਦੇ ਮੁਰੱਬੇ ਦੇ ਉੱਪਰ ਕੋਟਿੰਗ ਹੋਈ ਹੁੰਦੀ ਹੈ। ਤਾਂ ਫਿਰ ਸਾਡਾ ਜਿਹੜਾ ਬਲੱਡ ਫਲੋ ਹੈ ਉਹ ਹੌਲੀ ਹੋ ਜਾਏਗਾ। ਤੁਸੀਂ ਦੇਖਿਆ ਕਿ ਸ਼ੂਗਰ ਦੇ ਮਰੀਜ਼ ਜਿਹੜੇ ਹੈਗੇ ਆ ਉਹ ਬਹੁਤ ਜ਼ਿਆਦਾ ਲਥਾਰਜਿਕ ਹੋ ਜਾਂਦੇ ਆ, ਨਰਵਸ ਸਿਸਟਮ ਉਹਨਾਂ ਦਾ ਬਹੁਤ ਵੀਕ ਹੋ ਜਾਂਦਾ ਹੈ। ਕਾਰਨ ਇਹੀ ਹੈ। ਤੇ ਇਹਨਾਂ ਦਾ ਹੱਲ ਕੀ ਹੈਗਾ, ਇਹ ਸਾਰਿਆਂ ਨੂੰ ਕੀ ਕਹਿੰਦੇ ਆ, ਆਕਸੀਡੈਂਟ ਸੈਲਸ। ਆਕਸੀਡੈਂਟ ਸੈਲ ਇੱਕ ਹੱਦ ਤੱਕ ਠੀਕ ਹੈ, ਲੇਕਿਨ ਅਗਰ ਐਕਸੀਡ ਕਰ ਜਾਂਦੇ ਆ ਫਿਰ ਸਾਡੇ ਵਾਸਤੇ ਨੁਕਸਾਨਦਾਇਕ ਹੈ। ਇਹਦੇ ਲਈ ਇੱਕ ਬਹੁਤ ਆਸਾਨ ਤਰੀਕਾ ਸਾਨੂੰ ਸਦੀਆਂ ਤੋਂ ਸਿਖਾਇਆ ਗਿਆ ਹੈ। ਇੱਕ ਲਾਈਨ ਬੋਲ ਕੇ, ਐਨ ਐਪਲ ਏ ਡੇ ਕੀਪਸ ਦੀ ਡਾਕਟਰ ਅਵੇ। ਇੱਕ ਸੇਬ ਖਾਣ ਨਾਲ ਡਾਕਟਰ ਦੇ ਕੋਲ ਜਾਣ ਦੀ ਜ਼ਰੂਰਤ ਨਹੀਂ ਪੈਂਦੀ। ਕਿਉਂ ਨਹੀਂ ਜ਼ਰੂਰਤ ਪੈਂਦੀ, ਇਹਨੂੰ ਸਮਝੋ। ਜਿੰਨੇ ਵੀ ਫਰੂਟਸ ਹੁੰਦੇ ਹੈਗੇ ਆ ਉਹਨਾਂ ਦੀ ਇੱਕ ਵੈਲਿਊ ਹੁੰਦੀ ਹੈ ਜਿਹਨੂੰ ਕਿਹਾ ਜਾਂਦਾ ਹੈ ਔਰੈਕ ਵੈਲਿਊ, ਆਕਸੀਜਨ ਰੈਡੀਕਲ ਅਬਜ਼ੌਰਪਸ਼ਨ ਕਪੈਸਿਟੀ। ਤਾਂ ਔਰੈਕ ਵੈਲਿਊ ਜਿਹੜੀ ਹੈਗੀ ਹੈ ਐਪਲ ਦੀ ਉਹ 3000 ਤੋਂ 3400 ਹੈ। ਹੁਣ ਜਦੋਂ ਅਸੀਂ ਖਾਲੀ ਪੇਟ ਐਪਲ ਖਾਂਦੇ ਆ ਤਾਂ ਐਪਲ ਦਾ ਡਾਈਜੈਸ਼ਨ ਕਿੱਥੇ ਜਾ ਕੇ ਹੋਣਾ, ਇੰਟੈਸਟਾਈਨ ਦੇ ਵਿੱਚ। ਤਾਂ ਐਪਲ ਨੇ ਜਿੰਨੇ ਵੀ ਆਕਸੀਡੈਂਟ ਸੈਲਸ ਹੈਗੇ ਆ ਬੋਡੀ ਦੇ ਵਿੱਚ ਬਚੇ ਖੁਚੇ ਜੋ ਰਾਤ ਦੇ ਖਾਣੇ ਦੇ ਹੈਗੇ ਸੀ ਉਹ ਸਾਰੇ ਅਬਜ਼ੌਰਬ ਕਰਕੇ ਬੋਡੀ ਚੋਂ ਬਾਹਰ ਕੱਢ ਦੇਣੇ ਆ। ਇੱਦਾਂ ਹੀ ਜਿੰਨੇ ਵੀ ਫਰੂਟਸ ਹੈਗੇ ਆ ਹਰੇਕ ਫਰੂਟ ਦੀ ਔਰੈਕ ਵੈਲਿਊ ਹੈਗੀ ਹੈ। ਤੁਸੀਂ ਕਿਸੇ ਵੀ ਫਰੂਟ ਦੀ ਔਰੈਕ ਵੈਲਿਊ ਨੂੰ ਨੈਟ ਤੇ ਚੈੱਕ ਕਰ ਸਕਦੇ ਹੋ। ਨੋਨੀ ਬਾਰੇ ਤੁਸੀਂ ਅਕਸਰ ਸੁਣਿਆ ਹੋਏਗਾ, MLM ਕੰਪਨੀਆਂ ਨੋਨੀ ਕਹਿੰਦੀਆਂ ਜੀ ਕੈਂਸਰ ਤੱਕ ਠੀਕ ਕਰ ਦਿੰਦਾ। ਨੋਨੀ ਦੀ ਔਰੈਕ ਵੈਲਿਊ 3 ਲੱਖ ਹੁੰਦੀ ਹੈਗੀ। ਸੀਵਕਥਰੋਨ ਲੇਵੇਰੀ ਕਹਿੰਦੇ ਹੈਗੇ ਜਿਹਨੂੰ, ਉਹਦੀ 10 ਲੱਖ ਦੀ ਔਰੈਕ ਵੈਲਿਊ ਹੈਗੀ ਹੈ। ਤਾਂ ਜਿੰਨਾ ਔਰੈਕ ਵੈਲਿਊ ਜ਼ਿਆਦਾ ਹੈਗੀ ਉਨਾ ਹੀ ਬੋਡੀ 'ਚ ਸਫਾਈ ਜ਼ਿਆਦਾ ਕਰੇਗਾ। ਤਾਂ ਐਪਲ ਖਾਣ ਨਾਲ, ਫਰੂਟ ਖਾਣ ਨਾਲ ਸਾਡੀਆਂ ਬਿਮਾਰੀਆਂ ਜਿਹੜੀਆਂ ਨੇ ਉਹ ਦੂਰ ਹੁੰਦੀਆਂ ਨੇ। ਇਸ ਲਈ ਫਰੂਟ ਦੇ ਉੱਪਰ, ਔਰ ਫਰੂਟ ਹਮੇਸ਼ਾ ਯਾਦ ਰੱਖਣਾ ਕਿ ਅਸੀਂ ਖਾਲੀ ਪੇਟ ਖਾਣਾ ਜਾਂ ਖਾਣਾ ਖਾਣ ਤੋਂ ਪਹਿਲਾਂ ਖਾਣਾ। ਤਾਂ ਪਹਿਲਾ ਪ੍ਰਿੰਸੀਪਲ, ਪਹਿਲੀ 80% ਬਿਮਾਰੀਆਂ ਨੂੰ ਹਟਾਉਣ ਦਾ ਤਰੀਕਾ ਫਰੂਟਸ ਹੈਗੇ ਆ। ਜਿੰਨੇ ਫਰੂਟਸ ਖਾਓਗੇ ਉਨੀਆਂ ਬਿਮਾਰੀਆਂ ਤੋਂ ਦੂਰ ਰਹੋਗੇ, ਇਹ ਸ਼ਰਤੀਆ ਗੱਲ ਹੈ। ਦੂਸਰੀ ਟਾਈਪ ਦੀ ਬਿਮਾਰੀ ਨੂੰ ਕਹਿੰਦੇ ਆਗੰਤੁਜ। ਆਗੰਤੁਜ ਮਤਲਬ ਬਾਹਰੀ, ਫੋਰਨਰ। ਕੋਈ ਚੀਜ਼ ਬਾਹਰੋਂ ਆ ਕੇ ਮੇਰੀ ਬੋਡੀ ਦੇ ਅੰਦਰ ਆਈ ਤੇ ਉਹ ਮੇਰੀ ਬੋਡੀ ਦੇ ਅੰਦਰ ਬਿਮਾਰੀ ਪੈਦਾ ਕਰ ਰਹੀ ਹੈ। ਤਾਂ ਉਹ ਕਿਹੜੀ ਚੀਜ਼ ਹੈਗੀ ਹੈ, ਬੈਕਟੀਰੀਆ ਹੋ ਸਕਦਾ ਹੈ, ਵਾਇਰਸ ਹੋ ਸਕਦਾ ਹੈ, ਕੋਈ ਸੱਟ ਲੱਗਣਾ ਹੋ ਸਕਦਾ ਹੈਗਾ। ਤਾਂ ਇਹਦੇ ਵਿੱਚ ਕੀ ਹੋਏਗਾ ਕਿ ਪਹਿਲਾਂ ਬਾਹਰੋਂ ਅਟੈਕ ਹੋਏਗਾ, ਫਿਰ ਵਾਤ ਪਿੱਤ ਕਫ ਇੰਬੈਲੈਂਸ ਹੋਣਗੇ। ਵਾਤ ਪਿੱਤ ਕਫ ਤਾਂ ਇੰਬੈਲੈਂਸ ਹੋਣਗੇ ਲੇਕਿਨ ਬਾਅਦ ਦੇ ਵਿੱਚ ਹੋਣਗੇ, ਪਹਿਲਾਂ ਅਟੈਕ ਬਾਹਰੋਂ ਹੋਏਗਾ। ਹੁਣ ਇਹਦੇ ਲਈ ਕੀ ਜ਼ਰੂਰੀ ਹੈ, ਤਾਂ ਬਚਣ ਦਾ ਤਰੀਕਾ ਕੀ ਹੈ। ਇਹ ਤਾਂ ਪੋਸੀਬਲ ਨਹੀਂ ਹੈਗਾ ਕਿ ਅਸੀਂ ਬੈਕਟੀਰੀਆ ਵਾਇਰਸ ਨੂੰ ਐਰੈਡੀਕੇਟ ਕਰ ਦਈਏ, ਇਹਦੀ ਐਟਮੋਸਫੀਅਰ ਚੋਂ ਖਤਮ ਹੀ ਕਰ ਦਈਏ, ਇਹਦਾ ਪੋਸੀਬਿਲਿਟੀ ਨਹੀਂ ਹੈ। ਲੇਕਿਨ ਕੀ ਅਸੀਂ ਬੈਕਟੀਰੀਆ ਵਾਇਰਸ ਨਾਲ ਫਾਈਟ ਕਰਨ ਵਾਸਤੇ ਆਪਣੇ ਇਮਿਊਨ ਸਿਸਟਮ ਨੂੰ ਤਿਆਰ ਕਰ ਸਕਦੇ ਹਾਂ? ਇਹ ਬਹੁਤ ਆਸਾਨ ਹੈ, ਬਿਲਕੁਲ ਕਰ ਸਕਦੇ ਹੈਗੇ ਆ। ਕਿਸ ਤਰ੍ਹਾਂ ਕਰ ਸਕਦੇ ਹਾਂ? ਜਦੋਂ ਵੀ ਕੋਈ ਬੈਕਟੀਰੀਆ ਵਾਇਰਸ ਸਾਡੀ ਬੋਡੀ 'ਚ ਐਂਟਰ ਕਰਦਾ ਹੈ ਤਾਂ ਉਹ ਐਂਟਰ ਕਰਦੇ ਹੀ ਅਟੈਕ ਨਹੀਂ ਕਰ ਸਕਦਾ, ਕਿਉਂਕਿ ਉਹਦੀ ਪਾਵਰ ਇੰਨੀ ਜ਼ਿਆਦਾ ਨਹੀਂ ਹੁੰਦੀ। ਪਹਿਲਾਂ ਉਹ ਆਪਣੀ ਕਲੋਨੀ ਬਸਾਉਂਦਾ ਹੈ, ਆਪਣੀ ਸਟਰੈਂਥ ਵਧਾਉਂਦਾ ਹੈ 2-4 ਦਿਨਾਂ ਦੇ ਵਿੱਚ, ਫਿਰ ਅਟੈਕ ਕਰਦਾ ਹੈ। ਤਾਂ ਅਸੀਂ ਕਲੋਨੀ ਕਿੱਥੇ ਵਸਾਉਂਦੇ ਹਾਂ ਜਾਂ ਘਰ ਕਿੱਥੇ ਵਸਾਉਂਦੇ ਹਾਂ, ਜਿੱਥੇ ਸਾਡਾ ਫਰੈਂਡਲੀ ਐਟਮੋਸਫੀਅਰ ਹੋਵੇ। ਤਾਂ ਬੈਕਟੀਰੀਆ ਜਾਂ ਵਾਇਰਸ ਦਾ ਫਰੈਂਡਲੀ ਐਟਮੋਸਫੀਅਰ ਹੈਗਾ ਐਸਿਡਿਕ ਐਟਮੋਸਫੀਅਰ। ਅਗਰ ਮੇਰੇ ਬਲੱਡ ਦਾ ਐਸਿਡਿਕ ਐਟਮੋਸਫੀਅਰ ਹੋਏਗਾ, ਇਨਵਾਇਰਨਮੈਂਟ ਐਸਿਡਿਕ ਹੋਏਗਾ, pH ਵੈਲਿਊ 7 ਤੋਂ ਘੱਟ ਹੋਏਗੀ, 6, 5, 4 ਕਿਤੇ ਹੋਏਗੀ, ਤਾਂ ਉੱਥੇ ਬੈਕਟੀਰੀਆ ਵਾਇਰਸ ਬਹੁਤ ਆਸਾਨੀ ਨਾਲ ਬੈਠਣਗੇ, ਘਰ ਵਸਾਣਗੇ, ਕਲੋਨੀ ਵਸਾਣਗੇ ਤੇ ਸਾਡੇ ਤੇ ਅਟੈਕ ਕਰਨਗੇ। ਇਹਦਾ ਜਿੰਦਾ ਜਾਗਦਾ ਐਗਜ਼ਾਮਪਲ ਕੀ ਹੈਗਾ, ਤੁਸੀਂ ਦੇਖਿਆ 2-3 ਸਾਲ ਪਹਿਲਾਂ ਜਦੋਂ ਕੋਵਿਡ ਦੀ ਬਹੁਤ ਜ਼ਿਆਦਾ ਮਾਰੋ-ਮਾਰ ਹੋਈ ਸੀ ਤਾਂ ਕੀ ਕਿਹਾ ਜਾਂਦਾ ਸੀ ਕਿ ਹਾਰਟ ਦੇ ਜਿਹੜੇ ਪੇਸ਼ੈਂਟ ਹੈਗੇ ਆ, ਸ਼ੂਗਰ ਦੇ ਪੇਸ਼ੈਂਟ ਹੈਗੇ ਆ, ਉਹਨਾਂ ਨੂੰ ਕੋਵਿਡ ਦਾ ਜ਼ਿਆਦਾ ਖਤਰਾ ਹੈ। ਕਾਰਨ ਕੀ ਹੈ? ਖਤਰਾ ਇਹੀ ਸੀ ਕਿ ਉਹਨਾਂ ਦਾ ਬਲੱਡ ਐਸਿਡਿਕ ਹੈਗਾ। ਜਿੰਨਾ ਬਲੱਡ ਐਸਿਡਿਕ ਹੈਗਾ ਉੱਥੇ ਜ਼ਿਆਦਾ ਅਟੈਕ ਕਰਨਗੇ ਉਹ, ਕਿਉਂਕਿ ਉਹਨਾਂ ਨੂੰ ਰਹਿਣ ਵਾਸਤੇ ਵਧੀਆ ਜਗ੍ਹਾ ਮਿਲ ਰਹੀ ਹੈਗੀ ਹੈ। ਲੇਕਿਨ ਜਿਨ੍ਹਾਂ ਦਾ ਬਲੱਡ ਐਲਕਲਾਈਨ ਇਨਵਾਇਰਨਮੈਂਟ ਹੈਗਾ ਉੱਥੇ ਬੈਕਟੀਰੀਆ ਵਾਇਰਸ ਸਟੇ ਨਹੀਂ ਕਰ ਸਕਦਾ। ਜੇ ਉਹ ਸਟੇ ਨਹੀਂ ਕਰ ਸਕਦਾ ਤਾਂ ਕਲੋਨੀ ਨਹੀਂ ਬਣਾ ਸਕਦਾ, ਜੇ ਕਲੋਨੀ ਨਹੀਂ ਬਣਾ ਸਕਦਾ ਤਾਂ ਸਟਰੈਂਥ ਨਹੀਂ ਵਧਾ ਸਕਦਾ, ਔਰ ਅਗਰ ਸਟਰੈਂਥ ਨਹੀਂ ਵਧੇਗੀ ਤਾਂ ਫਿਰ ਉਹਦੀ ਅਟੈਕ ਵੀ ਨਹੀਂ ਕਰ ਸਕਦਾ। ਤਾਂ ਇਸ ਲਈ ਆਪਣੇ ਬਲੱਡ ਨੂੰ ਐਲਕਲਾਈਨ ਰੱਖੋ। ਐਲਕਲਾਈਨ ਰੱਖਣ ਦੇ ਲਈ ਸ਼ਾਇਦ ਤੁਸੀਂ ਬਹੁਤ ਵਾਰੀ ਬਾਬਾ ਰਾਮਦੇਵ ਨੂੰ, ਸ਼੍ਰੀ ਰਾਜੀਵ ਦੀਕਸ਼ਿਤ ਜੀ ਨੂੰ ਕਹਿੰਦੇ ਸੁਣਿਆ ਹੋਏਗਾ ਕਿ ਲੌਕੀ ਦਾ ਸੇਵਨ ਕਰੋ, ਲੌਕੀ ਦਾ ਰਸ ਕੱਢ ਕੇ ਪੀਓ। ਪਾਣੀ ਦੇ ਵਿੱਚ ਤੁਸੀਂ 2 ਤਰੀਕੇ ਹੈਗੇ, ਇੱਕ ਮੈਂ ਇਸੇ ਚੈਨਲ ਤੇ ਐਲਕਲਾਈਨ ਪਾਣੀ ਦਾ ਵੀਡੀਓ ਬਣਾ ਕੇ ਪਾਇਆ ਹੋਇਆ, ਉਹਨੂੰ ਦੇਖ ਲਿਓ।
ਉਹਦੇ ਵਿੱਚ ਐਲਕਲਾਈਨ ਸਟੋਨਸ ਦੱਸੇ ਹੋਏ ਨੇ। ਅਗਰ ਐਲਕਲਾਈਨ ਸਟੋਨਸ ਕਿਸੇ ਟਾਈਮ ਤੁਸੀਂ ਅਜੇ ਨਹੀਂ ਮੰਗਵਾਏ ਜਾਂ ਨਹੀਂ ਮੰਗਵਾਉਣਾ ਚਾਹੁੰਦੇ ਤਾਂ ਉਹਦਾ ਦੂਸਰਾ ਹੱਲ ਵੀ ਕਰ ਸਕਦੇ ਹੋ ਕਿ ਐਟਲੀਸਟ ਕੁਝ ਤਾਂ ਫਾਇਦਾ ਹੋਏਗਾ ਕਿ ਪਾਣੀ ਦੇ ਵਿੱਚ ਰਾਤ ਨੂੰ 15 ਤੋਂ 20 ਪੱਤੇ ਤੁਲਸੀ ਦੇ, 15 ਤੋਂ 20 ਪੱਤੇ ਪੁਦੀਨੇ ਦੇ ਇਹ ਪਾ ਕੇ ਰੱਖ ਦਿਓ। ਇਹ ਪਾਣੀ ਦਾ ਸੇਵਨ ਤੁਸੀਂ ਲਗਾਤਾਰ ਕਰ ਸਕਦੇ ਹੋ। ਇਹਨੂੰ ਹੋਰ ਥੋੜਾ ਐਲਕਲਾਈਨ ਕਰਨਾ ਹੈ ਤਾਂ ਰਾਤ ਨੂੰ ਇਹਦੇ ਵਿੱਚ ਖੀਰਾ ਪਾ ਦਿਓ, ਇਹ ਫਿਰ ਸਵੇਰੇ ਪੀਤਾ ਜਾਏਗਾ 1 ਜਾਂ 2 ਵਾਰੀ, ਕਿਉਂਕਿ ਖੀਰਾ ਪਾਉਣ ਤੋਂ ਬਾਅਦ ਤੁਸੀਂ ਕੰਟੀਨਿਊਸਲੀ ਉਸ ਪਾਣੀ ਨੂੰ ਨਹੀਂ ਪੀ ਪਾਓਗੇ ਟੇਸਟ ਵਾਈਜ਼, ਅਦਰਵਾਈਜ਼ ਪ੍ਰੋਬਲਮ ਨਹੀਂ ਹੈ, ਟੇਸਟ ਵਾਈਜ਼ ਨਹੀਂ ਪੀਤਾ ਜਾਏਗਾ। ਤਾਂ ਟੇਸਟ ਵੀ ਬਹੁਤ ਜ਼ਰੂਰੀ ਹੈ, ਕਿਉਂਕਿ ਅਗਰ ਮੈਨੂੰ ਕੋਈ ਚੀਜ਼ ਅੱਛੀ ਨਹੀਂ ਲੱਗ ਰਹੀ ਤਾਂ ਉਹਦਾ ਟੇਸਟ ਅੱਛਾ ਨਹੀਂ ਹੈ ਤਾਂ ਮੈਂ ਉਹਨੂੰ ਅਸੈਪਟ ਨਹੀਂ ਕਰਦਾ। ਤਾਂ ਜਿਹੜਾ ਪਾਣੀ ਖੀਰੇ ਵਾਲਾ ਹੈਗਾ ਉਹਨੂੰ 1 ਵਾਰ ਪੀ ਲਓ। ਤੁਲਸੀ ਪੁਦੀਨੇ ਦਾ ਪਾਣੀ ਤੁਸੀਂ ਲਗਾਤਾਰ ਪੀ ਸਕਦੇ ਹੈਗੇ ਹੋ, ਇਹ ਬਹੁਤ ਇੰਪੋਰਟੈਂਟ ਹੈ। ਇਹਦਾ ਵੀ ਤੁਹਾਨੂੰ ਲਾਈਵ ਐਗਜ਼ਾਮਪਲ ਦੱਸ ਦੇਣਾ। ਜਦੋਂ ਵੀ ਅਸੀਂ ਮੰਦਿਰ ਜਾਂਦੇ ਹਾਂ ਜਾਂ ਘਰੇ ਪੂਜਾ ਕਰਦੇ ਹਾਂ ਤਾਂ ਹਮੇਸ਼ਾ ਪਾਣੀ ਦੇ ਵਿੱਚ ਤੁਲਸੀ ਪਾ ਕੇ ਪਰਮਾਤਮਾ ਦੇ ਅੱਗੇ ਰੱਖਦੇ ਹਾਂ ਤੇ ਕਹਿੰਦੇ ਜੀ ਚਰਨਾਮ੍ਰਿਤ ਹੋ ਗਿਆ, ਮਤਲਬ ਇਹ ਅੰਮ੍ਰਿਤ ਬਣ ਗਿਆ। ਤਾਂ ਤੁਲਸੀ ਪਾਣ ਦੇ ਨਾਲ ਪਾਣੀ ਅੰਮ੍ਰਿਤ ਬਣ ਗਿਆ ਜੀ। ਤਾਂ ਆਪਾਂ ਸਾਰਾ ਦਿਨ ਵੀ ਤਾਂ ਤੁਲਸੀ ਪਾ ਕੇ ਅੰਮ੍ਰਿਤ ਪੀ ਸਕਦੇ ਜਾਂ ਨਹੀਂ ਪੀ ਸਕਦੇ। ਇਹਦੇ ਨਾਲ ਕੀ ਹੋਏਗਾ, ਬਲੱਡ ਦਾ ਜਿਹੜਾ ਐਸਿਡ ਲੈਵਲ ਹੈ ਉਹ ਚੇਂਜ ਹੁੰਦਾ ਜਾਏਗਾ। ਕਿਉਂਕਿ ਦੇਖੋ ਨੇਚਰ ਨੇ ਇੱਕ ਐਸਾ ਕਮਾਲ ਕੀਤਾ ਹੈ ਕਿ ਸਿਰਫ 2 ਹੀ ਚੀਜ਼ਾਂ ਐਸੀਆਂ ਬਣਾਈਆਂ ਨੇ ਜਿਨ੍ਹਾਂ ਦਾ ਆਪਸੀ ਸੰਯੋਗ ਤੀਸਰੀ ਪ੍ਰੋਡਕਟ ਪੈਦਾ ਨਹੀਂ ਕਰ ਸਕਦਾ। ਅਦਰਵਾਈਜ਼ ਤੁਸੀਂ ਕੋਈ ਵੀ ਚੀਜ਼ਾਂ ਕਿਸੇ ਵੀ ਤਰ੍ਹਾਂ ਦੀਆਂ 2 ਚੀਜ਼ਾਂ ਨੂੰ ਮਿਕਸ ਕਰੋਗੇ ਤਾਂ ਇੱਕ ਤੀਸਰਾ ਪ੍ਰੋਡਕਟ ਬਣੇਗਾ। ਉਹ ਪ੍ਰੋਡਕਟ ਕੀ ਬਣਿਆ, ਕੀ ਨਾਮ ਹੈ, ਕੀ ਕੰਮ ਕਰਦਾ ਹੈ ਜਾਂ ਕੰਮ ਕਰਦਾ ਵੀ ਹੈ ਜਾਂ ਨਹੀਂ ਕਰਦਾ, ਉਹ ਨਹੀਂ ਮੈਂ ਕਹਿ ਰਿਹਾ, ਲੇਕਿਨ 2 ਮਿਸ਼ਰਣ ਜਿਹੜੇ ਹੈਗੇ ਉਹ ਤੀਸਰਾ ਮਿਸ਼ਰਣ ਤਿਆਰ ਕਰਨਗੇ ਹੀ ਕਰਨਗੇ। ਐਸਿਡ ਤੇ ਅਲਕਲਾਈਨ ਇੱਕ ਐਸੇ 2 ਦਰਵਯ ਹੈਗੇ, ਅਗਰ ਇਹ ਦੋਨੋਂ ਮਿਕਸ ਹੁੰਦੇ ਆ ਤਾਂ ਕੀ ਬਣਦਾ, ਨਿਊਟਰਲਾਈਜ਼, ਕੁਝ ਵੀ ਨਹੀਂ ਰਹਿੰਦਾ ਪਿੱਛੇ, ਨਾ ਐਸਿਡ ਬਚਦਾ ਨਾ ਅਲਕਲਾਈਨ ਬਚਦਾ, ਨਾ ਹੀ ਤੀਸਰੀ ਕੋਈ ਪ੍ਰੋਡਕਟ ਪੈਦਾ ਹੁੰਦੀ ਹੈ। ਤਾਂ ਜੇਕਰ ਤੁਸੀਂ ਅਲਕਲਾਈਨ ਪਾਣੀ ਪੀਂਦੇ ਹੋ, ਅਲਕਲਾਈਨ ਫਰੂਟਸ ਖਾਂਦੇ ਹੋ, ਅਲਕਲਾਈਨ ਫੂਡ ਖਾਂਦੇ ਹੋ, ਲਾਈਕ ਲੌਕੀ ਦਾ ਜੂਸ ਪੀ ਰਹੇ ਹੈਗੇ ਹੋ, ਤਾਂ ਫਿਰ ਬਲੱਡ ਦਾ ਜਿਹੜਾ ਐਸਿਡ ਹੈ ਉਹ ਨਿਊਟਰਲਾਈਜ਼ ਹੁੰਦਾ ਜਾਏਗਾ। ਜਿੰਨਾ ਬਲੱਡ ਦਾ ਐਸਿਡ ਨਿਊਟਰਲਾਈਜ਼ ਹੁੰਦਾ ਜਾਏਗਾ ਉਨਾ ਹੀ ਬਲੱਡ ਦਾ ਐਟਮੋਸਫੀਅਰ এনवायरमेंट ਜਿਹੜਾ ਹੈਗਾ ਉਹ 7 pH ਤੇ ਆਏਗਾ ਜਾਂ 7.4 ਤੇ ਆ ਜਾਏਗਾ। ਉਹਦੇ ਨਾਲ ਕੀ ਹੋਏਗਾ, ਕੋਈ ਵੀ ਬੈਕਟੀਰੀਆ ਵਾਇਰਸ ਸਾਡੇ ਬਲੱਡ 'ਚ ਆ ਕੇ ਸਟੇ ਨਹੀਂ ਕਰ ਪਾਏਗਾ। ਮੀਨਸ ਸਾਡਾ ਜਿਹੜਾ ਇਮਿਊਨ ਸਿਸਟਮ ਹੈ ਉਹ ਸਟਰੋਂਗ ਹੋ ਜਾਏਗਾ। ਠੀਕ ਹੈ। ਤੀਸਰਾ ਜਿਹੜਾ ਰੂਟ ਹੈਗਾ ਬਿਮਾਰੀਆਂ ਦਾ ਉਹ ਹੈਗਾ ਮਾਨਸਿਕ, ਜੋ ਸਾਡਾ ਤਣਾਅ ਹੈ, ਸਟ੍ਰੈਸ ਹੈ, ਅੱਜ ਦੀ ਭੱਜ ਦੌੜ ਹੈਗੀ ਹੈ, ਇਹ ਸਾਰਾ ਮਾਨਸਿਕ ਰੋਗਾਂ ਨੂੰ ਪੈਦਾ ਕਰਦਾ ਹੈ। ਤਾਂ ਮਾਨਸਿਕ ਰੋਗਾਂ ਦੇ ਵਿੱਚ ਬਚਣ ਦਾ ਕੀ ਉਪਾਅ ਹੈਗਾ, ਪਰਮਾਤਮਾ ਦੀ ਭਗਤੀ ਕਰਨਾ, ਪੋਜ਼ਿਟਿਵ ਵਿਚਾਰ ਰੱਖਣਾ ਔਰ ਮੈਡੀਟੇਸ਼ਨ ਕਰਨਾ। ਇਹ ਸਿੰਪਲ ਜਿਹਾ ਉਪਾਅ ਹੈਗਾ। ਅਸੈਪਟੈਂਸ ਵਧਾਓ, ਜਿੰਨਾ ਤੁਸੀਂ ਸਵੀਕਾਰ ਕਰੋਗੇ, ਅਸੈਪਟ ਕਰੋਗੇ, ਜਿੰਨਾ ਸੱਚੇ ਪਾਤਸ਼ਾਹ ਦੇ ਸ਼ਰਨ ਦੇ ਵਿੱਚ ਰਹੋਗੇ, ਗੁਰੂ ਘਰ ਜਾਓਗੇ, ਮੰਦਿਰ ਜਾਓਗੇ, ਉਨਾ ਹੀ ਇਸ ਤਣਾਅ ਤੋਂ ਬਚਿਆ ਜਾ ਸਕਦਾ ਹੈ। ਓਕੇ, ਚਲੋ ਹੁਣ ਆਪਾਂ ਗੱਲ ਕਰਦੇ ਹਾਂ ਜਿਹੜੇ ਨੁਸਖਿਆਂ ਦੀ ਗੱਲ ਕੀਤੀ ਸੀ। ਪਹਿਲਾ ਨੁਸਖਾ ਨੋਟ ਕਰੋ ਜਿਹੜਾ ਸੀ ਆਪਣਾ ਸ਼ੂਗਰ ਦੇ ਮਰੀਜ਼ਾਂ ਵਾਸਤੇ, ਕਿ ਸ਼ੂਗਰ ਦੇ ਮਰੀਜ਼ ਜਿਹੜੇ ਹੈਗੇ ਉਹ ਕਿਹੜੀ ਚਾਹ ਬਣਾ ਕੇ ਪੀਣ ਜਿਹਦੇ ਨਾਲ ਸ਼ੂਗਰ ਨੋਰਮਲ ਰਹੇ, ਸਰੀਰ ਦੇ ਵਿੱਚੋਂ ਫ੍ਰੀ ਰੈਡੀਕਲਸ ਖਤਮ ਹੁੰਦੇ ਜਾਣ। ਸ਼ੂਗਰ ਦੇ ਮਰੀਜ਼ਾਂ ਦੇ ਲਈ 3 ਚੀਜ਼ਾਂ ਦਾ ਆਪਾਂ ਨੇ ਮਿਸ਼ਰਣ ਬਣਾਉਣਾ ਹੈ। ਪਹਿਲਾ ਹੈ ਅਰਜੁਨ ਕੁਆਥ, ਅਰਜੁਨ ਦੀ ਛਾਲ ਦਾ ਚੂਰਨ ਕਹਿ ਲਓ। ਦੂਸਰਾ ਹੈ ਇੰਦਰ ਜੌਂ ਔਰ ਤੀਸਰਾ ਹੈ ਗੁਡਮਾਰ ਬੂਟੀ। 100 ਗ੍ਰਾਮ ਤੁਸੀਂ ਲੈਣੇ ਹੈ ਅਰਜੁਨ ਕੁਆਥ ਤੇ ਗੁਡਮਾਰ ਔਰ 50 ਗ੍ਰਾਮ ਲੈਣਾ ਹੈ ਇੰਦਰ ਜੌਂ। ਇਹਨਾਂ ਨੂੰ ਮਿਕਸ ਕਰਕੇ ਰੱਖ ਲਓ 250 ਗ੍ਰਾਮ ਨੂੰ। ਇੱਕ ਪੂਰਾ ਚਮਚ ਭਰ ਕੇ ਰਾਤ ਨੂੰ ਪਾਣੀ 'ਚ ਭੇ ਦਿਓ ਔਰ ਸਵੇਰੇ ਉਸ ਪਾਣੀ ਨੂੰ ਬੋਇਲ ਕਰੋ। ਜਦੋਂ ਵੀ ਪਾਣੀ ਚੌਥਾ ਹਿੱਸਾ ਰਹਿ ਜੇ ਉਬਲ ਕੇ, ਛਾਣ ਲਓ ਔਰ ਛਾਣ ਕੇ ਉਸ ਨੂੰ ਠੰਡਾ ਕਰ ਲਓ। ਠੰਡਾ ਮਤਲਬ ਪੀਣ ਲਾਇਕ ਹੋ ਜੇ ਤੇ ਕੋਸਾ ਜਾਂ ਥੋੜਾ ਲਿਊਕ ਵਾਰਮ ਜਿਹਾ ਕਰਕੇ ਤੁਸੀਂ ਉਸ ਨੂੰ ਪੀਓ। ਸਵੇਰ ਦੀ ਚਾਹ ਤੁਹਾਨੂੰ ਪੂਰਾ ਦਿਨ ਐਨਰਜਾਈਜ਼ ਰੱਖੇਗੀ। ਠੀਕ ਹੈ, ਇਹ ਸ਼ੂਗਰ ਵਾਲਿਆਂ ਵਾਸਤੇ। ਜਿਹੜੇ ਹਾਰਟ ਦੇ ਮਰੀਜ਼ ਹੈਗੇ ਜਾਂ ਜਿਹੜੇ ਨਾਰਮਲ ਸ਼ੂਗਰ ਦੇ ਮਰੀਜ਼ ਨਹੀਂ ਹੈ ਉਹਨਾਂ ਨੇ ਕੀ ਪੀਣਾ, ਅਰਜੁਨ ਕੁਆਥ ਉਹ ਵੀ ਲੈਣ। ਅਰਜੁਨ ਕੁਆਥ ਦੇ ਨਾਲ ਉਹ ਗਿਲੋਏ ਡੰਠਲ ਲੈ ਲਓ, ਉਹਦਾ 1 ਇੰਚ ਦਾ ਟੁਕੜਾ ਕੱਟ ਕੇ, ਜਿਵੇਂ ਆਪਾਂ ਅਦਰਕ ਨੂੰ ਕ੍ਰਸ਼ ਕਰਦੇ ਹਾਂ ਉਦਾਂ ਹੀ ਉਹਨੂੰ ਕ੍ਰਸ਼ ਕਰਕੇ ਪਾਣੀ 'ਚ ਪਾ ਦਿਓ ਔਰ 5 ਤੋਂ 7 ਪੱਤੇ ਤੁਲਸੀ ਦੇ ਪਾ ਦਿਓ। ਠੀਕ ਹੈ, ਔਰ ਨਾਲ ਥੋੜੀ ਜੀ ਦਾਲਚੀਨੀ ਪਾਊਡਰ। ਇਹ 4 ਚੀਜ਼ਾਂ ਪਾ ਲਓ, ਅਰਜੁਨ ਕੁਆਥ, ਗਿਲੋਏ, ਤੁਲਸੀ ਐਂਡ ਦਾਲਚੀਨੀ। ਇਹਨਾਂ ਨੂੰ ਉਸ ਤਰ੍ਹਾਂ ਰਾਤ ਨੂੰ ਭਿਉਂ ਦਿਓ, ਸਵੇਰੇ ਬੋਇਲ ਕਰੋ। ਬੋਇਲ ਕਰਕੇ ਜਦੋਂ ਚੌਥਾ ਹਿੱਸਾ ਸ਼ੇਸ਼ ਰਹਿ ਜੇ ਉਸ ਨੂੰ ਤੁਸੀਂ ਪੀ ਲਓ। ਅਗਰ ਤੁਹਾਨੂੰ ਲੱਗੇ ਕਿ ਥੋੜਾ ਟੇਸਟ ਹੋਰ ਬਣਾਉਣਾ ਤਾਂ ਗੁੜ ਦਾ ਵਿੱਚ ਗੁੜ ਮਿਕਸ ਕਰ ਸਕਦੇ ਹੋ। ਚੀਨੀ ਨਹੀਂ ਪਾਣੀ, ਕਿਉਂਕਿ ਚੀਨੀ ਐਸਿਡਿਕ ਹੁੰਦੀ ਹੈ, ਗੁੜ ਐਲਕਲਾਈਨ ਹੁੰਦਾ ਹੈ। ਤਾਂ ਆਪਾਂ ਚੀਨੀ ਨਹੀਂ ਪਾਣੀ, ਗੁੜ ਪਾਣਾ ਹੈਗਾ। ਠੀਕ ਹੈ, ਹੁਣ ਤੁਹਾਨੂੰ ਇੱਕ ਅਹਿਮ ਤੇ ਬਹੁਤ ਹੀ ਵਧੀਆ ਨੁਸਖਾ ਦੱਸਣ ਲੱਗਿਆ ਜਿਹੜਾ ਕਿ ਟਾਈਫਾਇਡ ਜਾਂ ਕਿਸੇ ਵੀ ਤਰ੍ਹਾਂ ਦੇ ਬੁਖਾਰ ਵਾਸਤੇ ਰਾਮਬਾਣ ਹੈ। ਇਸ ਨੁਸਖੇ ਦੇ ਵਿੱਚ ਜਿਹੜਾ ਸਮਾਨ ਪੈਂਦਾ ਹੈ ਉਹ ਲਗਭਗ ਸਾਰੇ ਚੀਜ਼ਾਂ 20 ਗ੍ਰਾਮ ਪੈਂਦੀਆਂ। ਨੋਟ ਕਰ ਲਓ,
ਪਹਿਲੀ ਚੀਜ਼ ਪੈਂਦੀ ਹੈ ਗਲੋਏ ਸੱਤ। ਗਲੋਏ ਸੱਤ ਵਾਈਟ ਜਾਂ ਪਾਊਡਰ ਹੁੰਦਾ, ਗਲੋ ਦਾ ਸੱਤ ਕੱਢਿਆ ਹੁੰਦਾ। ਉਹ ਤੋਂ ਬਾਅਦ ਪੈਂਦੀ ਹੈ ਤਵਾਸੀਰ। ਤਵਾਸੀਰ ਵੰਸ਼ਲੋਚਨ ਕਹਿੰਦੇ ਆ। ਇਸ ਦਾ ਵੀ ਤੁਸੀਂ ਧਿਆਨ ਰੱਖਿਓ ਕਿ ਵੰਸ਼ਲੋਚਨ ਜਾਂ ਤਵਾਸੀਰ ਜਿਹੜੀ ਸਿੰਥੈਟਿਕ ਨਹੀਂ ਲੈਣੀ, ਆਪਾਂ ਓਰੀਜਨਲ ਤਵਾਸੀਰ ਲੈਣੀ ਹੈ, ਭਾਵੇਂ ਉਹ 4 ਪੈਸੇ ਮਹਿੰਗੀ ਹੋਵੇ ਲੇਕਿਨ ਓਰੀਜਨਲ ਲੈਣੀ ਹੈ। ਉਸ ਤੋਂ ਬਾਅਦ ਤੀਜੀ ਚੀਜ਼ ਪੈਂਦੀ ਹੈ ਇਲਾਇਚੀ ਦੇ ਬੀਜ। ਇਲਾਇਚੀ ਦੇ ਬੀਜ ਕਾਲੇ ਲੈਣੇ ਆ, ਛੋਟੀ ਇਲਾਇਚੀ ਦੇ ਬੀਜ ਕਾਲੇ ਬਲੈਕ ਕਲਰ ਦੇ, ਔਰ 20 ਗ੍ਰਾਮ ਤਿੰਨੋਂ ਚੀਜ਼ਾਂ ਲੈਣੀਆਂ। 20 ਗ੍ਰਾਮ ਗਲੋ ਸੱਤ, 20 ਗ੍ਰਾਮ ਕਾਲੇ ਇਲਾਇਚੀ ਦੇ ਬੀਜ ਤੇ 20 ਗ੍ਰਾਮ ਤਵਾਸੀਰ। 60 ਗ੍ਰਾਮ ਹੋ ਗਿਆ। 5 ਗ੍ਰਾਮ ਵਿੱਚ ਲੈਣੇ ਆ ਚਾਂਦੀ ਭਸਮ। ਚਾਂਦੀ ਭਸਮ ਰਜਤ ਭਸਮ ਕਹਿੰਦੇ ਆ। 5 ਗ੍ਰਾਮ ਉਹ ਪਾਣੀ ਹੈ, ਔਰ 65 ਗ੍ਰਾਮ ਪਾਣੀ ਹੈ ਕੁੱਜਾ ਮਿਸ਼ਰੀ। ਜਿਹੜੇ ਸ਼ੂਗਰ ਦੇ ਮਰੀਜ਼ ਹੈ ਉਹ ਮਿਸ਼ਰੀ ਨਹੀਂ ਪਾਣਗੇ, ਬਾਕੀ ਬੰਦਿਆਂ ਵਾਸਤੇ ਕੁੱਜਾ ਮਿਸ਼ਰੀ 65 ਗ੍ਰਾਮ ਪਏਗੀ। ਇਹਨਾਂ ਸਾਰਿਆਂ ਨੂੰ ਪੀਸ ਕੇ ਟੈਲਕਮ ਪਾਊਡਰ ਵਰਗਾ ਪਤਲਾ ਪਾਊਡਰ ਬਣਾ ਕੇ ਰੱਖ ਲਓ। ਅੱਧਾ ਚਮਚਾ ਦੁੱਧ ਦੇ ਨਾਲ ਸਵੇਰੇ, ਅੱਧਾ ਚਮਚਾ ਦੁੱਧ ਨਾਲ ਸ਼ਾਮ ਨੂੰ। ਤੁਸੀਂ ਦੇਖੋਗੇ ਦੂਸਰੀ ਖੁਰਾਕ ਤੋਂ ਹੀ ਬੁਖਾਰ ਜਿਹੜਾ ਹੈਗਾ ਉਹ ਖਤਮ ਹੋ ਜਾਏਗਾ, ਔਰ ਬੋਡੀ ਐਨਰਜਾਈਜ਼ ਹੋਏਗੀ। 15 ਦਿਨ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਪੂਰਾ ਫਿੱਟ ਪਾਓਗੇ ਤੇ ਹਰ ਤਰ੍ਹਾਂ ਦੀ ਬੁਖਾਰ ਤੋਂ ਇਹ ਨਿਜਾਤ ਦਿਲਾਏਗਾ। 3 ਨੁਸਖੇ ਅੱਜ ਤੁਹਾਨੂੰ ਦੱਸੇ, ਤਿੰਨੋਂ ਨੋਟ ਕਰ ਲਓ। ਜਿਹੜਾ ਤੁਹਾਨੂੰ ਸ਼ੁਰੂ 'ਚ ਦੱਸਿਆ ਆਹਾਰ ਵਿਹਾਰ ਤੇ ਆਪਣੇ ਬਲੱਡ ਨੂੰ ਐਲਕਲਾਈਨ ਰੱਖਣ ਦੇ ਤਰੀਕੇ ਨਾਲ ਤੁਸੀਂ ਹਮੇਸ਼ਾ ਫਿੱਟ ਰਹੋਗੇ। ਔਰ ਯਾਦ ਰੱਖਿਓ, ਅਗਰ ਤੁਸੀਂ ਡਾਈਟ ਦੇ ਉੱਤੇ ਸਹੀ ਤਰੀਕੇ ਨਾਲ ਕਨਸਨਟ੍ਰੇਟ ਕਰ ਲਿਆ, ਔਰ ਡਾਈਟ ਦੇ ਲਈ ਬਹੁਤ ਜ਼ਿਆਦਾ ਬ੍ਰੇਨਸਟੋਰਮਿੰਗ ਕਰਨ ਦੀ ਲੋੜ ਨਹੀਂ ਹੈ। ਆਪਣੇ ਬਜ਼ੁਰਗਾਂ ਨੂੰ ਪੁੱਛ ਲਓ ਕਿ ਉਹ ਕੀ ਖਾਂਦੇ ਸੀ, ਜਾਂ ਯਾਦ ਕਰੋ ਕਿ ਉਹ ਕੀ ਕੁਝ ਖਾਂਦੇ ਹੈਗੇ ਸੀ। ਮੈਦਾ ਉਹ ਨਹੀਂ ਖਾਂਦੇ ਸੀਗੇ ਤਾਂ ਮੈਦਾ ਆਪਾਂ ਨਾ ਖਾਓ। ਚੀਨੀ ਉਹ ਨਹੀਂ ਖਾਂਦੇ ਸੀ, ਬਿਲਕੁਲ ਨਾ ਖਾਓ। ਵਾਈਟ ਸਾਲਟ ਨਹੀਂ ਖਾਂਦੇ ਸੀ, ਬਿਲਕੁਲ ਨਾ ਖਾਓ। ਔਰ ਚਾਹ ਤੋਂ ਤੁਸੀਂ ਮਾਰੂ ਚਾਹ ਪੀਂਦੇ ਸੀਗੇ ਬਿਨਾਂ ਦੁੱਧ ਦੀ, ਉਹ ਤੁਸੀਂ ਲੈ ਲਓ। ਲੱਸੀ ਪੀਂਦੇ ਸੀ, ਲੱਸੀ ਪੀਓ। ਦੁੱਧ ਸ਼ੁੱਧ ਦੁੱਧ ਦੇ ਵਿੱਚ ਅੱਜ ਦੀ ਘੜੀ ਬਹੁਤ ਜ਼ਿਆਦੀਆਂ ਅਸ਼ੁੱਧੀਆਂ ਆ ਗਈਆਂ ਨੇ, ਇਸ ਲਈ ਦੁੱਧ ਨੂੰ ਹਮੇਸ਼ਾ ਅੱਖਾਂ ਸਾਹਮਣੇ ਅਗਰ ਕੋਈ ਤੁਹਾਨੂੰ ਦੁੱਧ ਚੋ ਕੇ ਦਿੰਦਾ ਤਾਂ ਉਹ ਦੁੱਧ ਲਓ। ਬਾਕੀ ਦੁੱਧ ਤੋਂ ਪਰਹੇਜ਼ ਕਰੋ, ਨਹੀਂ ਤਾਂ ਦੁੱਧ ਪਤਾ ਨਹੀਂ ਸਾਨੂੰ ਕਿੰਨੀਆਂ ਬਿਮਾਰੀਆਂ ਪੈਦਾ ਕਰ ਰਿਹਾ। ਠੀਕ ਹੈ, ਸੋ ਥੈਂਕ ਯੂ ਵੈਰੀ ਮਚ ਅੱਜ ਇਸ ਵੀਡੀਓ ਨੂੰ ਦੇਖਣ ਦੇ ਲਈ। ਮੈਂ ਇੱਕ ਵਾਰ ਫਿਰ ਸਾਰਿਆਂ ਅੱਗੇ ਅਰਜ਼ ਕਰਦਾ ਕਿ ਤੁਸੀਂ ਪਲੀਜ਼ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਰਹੋ। ਮੈਂ ਹਰ ਵੀਡੀਓ ਦੇ ਵਿੱਚ ਤਰ੍ਹਾਂ ਦੇ ਬਿਮਾਰੀਆਂ ਦੇ ਲਈ ਨੁਸਖੇ ਦੱਸਣ ਦੀ ਕੋਸ਼ਿਸ਼ ਕਰਦਾ। ਅਗੇਨ ਤੁਹਾਨੂੰ ਰਿਕੁਐਸਟ ਕਰਦਾ ਕਿ ਅਗਰ ਤੁਸੀਂ ਕੋਈ ਵੀ ਬਿਮਾਰੀ, ਕਿਸੇ ਵੀ ਗੱਲ ਬਾਰੇ ਜਾਣਨਾ ਚਾਹੁੰਦੇ ਹੋ ਤਾਂ ਕਮੈਂਟ ਬਾਕਸ ਖੁੱਲ੍ਹਾ ਹੈਗਾ। ਪਲੀਜ਼ ਕਮੈਂਟ ਬਾਕਸ ਦੇ ਵਿੱਚ ਜਾ ਕੇ ਦੱਸ ਸਕਦੇ ਹੈਗੇ ਹੋ ਕਿ ਤੁਹਾਨੂੰ ਕਿਹੜਾ ਬਿਮਾਰੀ ਦੇ ਲਈ ਕਿਸ ਤਰ੍ਹਾਂ ਦਾ ਨੁਸਖਾ ਚਾਹੀਦਾ ਹੈਗਾ, ਜਾਂ ਜਿਹੜੇ ਨੁਸਖੇ ਤੁਹਾਨੂੰ ਦੱਸੇ ਜਾ ਰਹੇ ਆ ਉਹਨਾਂ ਦਾ ਕਿੰਨਾ ਕੁ ਬੈਨੀਫਿਟ ਤੁਹਾਨੂੰ ਹੋ ਰਿਹਾ, ਉਹਦੇ ਬਾਰੇ ਤੁਸੀਂ ਆਪਣੀ ਰਾਏ ਮਸ਼ਵਰਾ ਦੱਸ ਸਕਦੇ ਹੋ। ਥੈਂਕ ਯੂ, ਧੰਨਵਾਦ, ਜੈ ਹਿੰਦ।